ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਆਪਣੇ ਵਿਚਕਾਰ ਵਿਸ਼ੇਸ਼ ਮਹਿਮਾਨ ਨੇ ਪਵਨ ਕੌਸ਼ਲ, ਜਿਹੜੇ ਕਿ ਚਮਕੌਰ ਸਾਹਿਬ ਤੋਂ ਰਿਪੋਰਟਰ ਜਗਬਾਣੀ ਪਿਛਲੇ 15 ਸਾਲ ਤੋਂ ਉੱਥੇ ਕੰਮ ਕਰ ਰਹੇ ਹੈ। ਤੇ ਇਸ ਦੇ ਨਾਲ ਆਪਾਂ ਜਿਸ ਕਰਕੇ ਉਹਨਾਂ ਨਾਲ ਅੱਜ ਗੱਲਬਾਤ ਕਰ ਰਹੇ ਹਾਂ ਉਹ ਇੱਕ ਵੱਖਰਾ ਵਿਸ਼ਾ, ਕਿਉਂਕਿ ਉਹ ਪੱਤਰਕਾਰ ਦੇ ਨਾਲ ਬਹੁਤ ਅੱਛੇ ਐਂਕਰ ਵੀ ਨੇ। ਉਹਨਾਂ ਨੂੰ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਉਹਨਾਂ ਦਾ ਮੰਚ ਸੰਚਾਲਨ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ। ਉਹਨਾਂ ਦੀਆਂ ਯਾਦਾਂ ਉਹ ਬਹੁਤ ਸਾਰੀਆਂ ਆਪਣੇ ਅੰਦਰ ਸਮੋਈ ਬੈਠੇ ਨੇ। ਖੁਦ ਵੀ ਉਹ ਇੱਕ ਵਧੀਆ ਗਾਇਕ ਵੀ ਨੇ, ਜਿੱਥੇ ਬੁਲਾਰੇ ਨੇ ਨਾਲ ਉਹ ਗਾਇਕ ਵੀ ਬਹੁਤ ਵਧੀਆ ਨੇ। ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕਲਾ ਦੇ ਸਫ਼ਰ ਬਾਰੇ, ਉਹਨਾਂ ਦੀਆਂ ਇੰਨੇ ਲੰਬੇ ਸਫ਼ਰ ਦੇ ਦੌਰਾਨ ਯਾਦਾਂ ਬਾਰੇ ਜਿਹੜੀਆਂ ਕਿ ਉਹ ਆਪਣੇ ਅੰਦਰ ਸਮੋਈ ਬੈਠੇ ਹੈ। ਕਿਉਂਕਿ ਤੁਹਾਨੂੰ ਦੱਸ ਦਈਏ, ਉਹਨਾਂ ਨੇ ਪੰਜਾਬੀ ਸੰਗੀਤ ਦੇ ਸਿਰਮੌਰ ਕਲਾਕਾਰ ਨੇ ਜਿਹੜੇ, ਉਹਨਾਂ ਨਾਲ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਮੇਰੀ ਬਰਾਤ ਹੈ ਕੁਝ ਦਾ ਬਾਕੀ ਉਹ ਆਪਣੇ ਆਪ ਜ਼ਿਕਰ ਕਰਨਗੇ, ਪਰ ਕੁਝ ਦਾ ਮੈਂ ਕਰਦਿਆਂ। ਜਨਾਬ ਸਰਦੂਲ ਸਿਕੰਦਰ ਅਤੇ ਜਨਾਬ ਦੁਰਗਾ ਰੰਗੀਲਾ, ਜਿਹੜੇ ਕਿ ਸੁਰਾਂ ਦੇ ਬਾਦਸ਼ਾਹ, ਉਹਨਾਂ ਦੇ ਨਾਲ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਆਓ ਆਪਾਂ ਤੁਹਾਡੀ ਗੱਲਬਾਤ ਕਰਵਾਉਣੇ ਆ ਪਵਨ ਕੌਸ਼ਲ ਨਾਲ। ਉਹਨਾਂ ਤੋਂ ਸੁਣਾਂਗੇ ਆਪਾਂ ਉਹਨਾਂ ਨਾਲ ਜੁੜੀਆਂ ਹੋਈਆਂ ਯਾਦਾਂ। ਕੌਸ਼ਲ ਸਾਹਿਬ, ਤੁਹਾਡਾ ਸਟੂਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੌਸ਼ਲ ਸਾਹਿਬ, ਤੁਹਾਡਾ ਨਾਂ ਬੜਾ ਸੁਣਿਆ ਅਤੇ ਤੁਹਾਨੂੰ ਬਹੁਤ ਸਾਰੇ ਸਟੇਜਾਂ ਦੇ ਉੱਤੇ ਵੱਖ ਟਾਈਮ 'ਤੇ, ਜਿਵੇਂ ਕਿ ਦੁਰਗਾ ਰੰਗੀਲਾ ਜੀ ਨਾਲ ਜਾਗਰਣ ਦੇ ਵਿੱਚ ਵੀ ਤੁਹਾਨੂੰ ਬੋਲਦਿਆਂ ਹੋਇਆ ਸੁਣਿਆ। ਅਤੇ ਸਾਡੀ ਇੱਛਾ ਸੀ ਕਿ ਤੁਹਾਡੇ ਨਾਲ ਤੁਹਾਡੀ ਕਲਾ ਦੇ ਸਫ਼ਰ ਬਾਰੇ ਗੱਲ ਕਰੀਏ। ਅਤੇ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਗਾਇਕ ਪਹਿਲਾਂ ਬਣੇ ਜਾਂ ਵਧੀਆ ਬੁਲਾਰੇ ਪਹਿਲਾਂ ਬਣੇ? ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਪੰਜਾਬੀ ਕਲਚਰ ਦਾ ਧੰਨਵਾਦ ਕਰਦਾ, ਜਿਹੜੇ ਗਰੀਬ ਜਿਹੇ ਕਲਾਕਾਰ ਨੇ। ਭਾਵੇਂ ਮੇਰੇ ਕੋਲ ਤਜਰਬਾ ਜ਼ਿਆਦਾ, ਪਰ ਆਮ ਤੌਰ 'ਤੇ ਵੱਡੇ ਚੈਨਲ ਵਾਲੇ ਉਹਨਾਂ ਲੋਕਾਂ ਦੀ ਇੰਟਰਵਿਊ ਕਰਦੇ ਆ ਜਿਹੜੇ ਜਿਨ੍ਹਾਂ ਦਾ ਨਾਂ ਹੈ। ਅਤੇ ਮੈਂ ਜਦੋਂ ਵੀ ਸਿਕੰਦਰ ਸਾਹਿਬ, ਦੁਰਗਾ ਰੰਗੀਲਾ ਜੀ, ਜਾਂ ਮਤਲਬ ਬਹੁਤ ਸਾਰੇ, ਮੈਨੂੰ ਹੁਣ ਅੱਜ ਆਪ ਵੀ ਨਹੀਂ ਯਾਦ, ਵੀ ਕੰਮ ਕਰਦਾ ਰਿਹਾ। ਅਤੇ ਉਹਨਾਂ ਬੜੇ ਕਲਾਕਾਰਾਂ ਦੀ ਇੰਟਰਵਿਊ ਵੱਲ ਜ਼ਿਆਦਾ ਧਿਆਨ ਦਿੰਦੇ। ਅੱਜ ਪਹਿਲੀ ਵਾਰੀ ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਰੂਬਰੂ ਕਰਾਇਆ ਹੈ, ਇਸ ਕਰਕੇ ਦੋਵੇਂ ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਆਪਾਂ ਆਉਣੇ ਆ ਹੁਣ ਗੱਲਾਂ ਬਾਤਾਂ ਵੱਲ। ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਇਹ ਕਿਹਾ ਸੀ ਕਿ ਪਹਿਲਾਂ ਇਹ ਦੱਸੋ, ਪਹਿਲਾਂ ਤੁਸੀਂ ਗਾਇਕ ਬਣੇ ਕਿ ਪਹਿਲਾਂ ਵਧੀਆ ਬੁਲਾਰੇ ਬਣੇ? ਮੇਰੇ ਪਿਤਾ ਜੀ ਡਾਕਟਰ ਸੱਤਿਆ ਪ੍ਰਕਾਸ਼ ਕੌਸ਼ਲ ਆਪਣੇ ਜ਼ਮਾਨੇ ਦੇ ਮਹਾਨ ਕਲਾਕਾਰ ਸੀ ਜੀ। ਉਹਨਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲਾਹੌਰ MBH ਮਾਸਟਰ ਡਿਗਰੀ ਹੋਮੋਪੈਥੀ ਦੀ ਪ੍ਰਾਪਤ ਕੀਤੀ। ਉੱਥੇ ਸ਼੍ਰੀ ਪ੍ਰਿਥਵੀ ਰਾਜ ਕਪੂਰ, ਜਿਹੜੇ ਕਿ ਕਪੂਰ ਪਰਿਵਾਰ ਦੇ ਸਭ ਤੋਂ ਪੁਰਾਣੇ ਕਲਾਕਾਰ ਆ, ਉਹਨਾਂ ਨਾਲ ਇੱਕ ਨਾਟਕ ਦੇ ਵਿੱਚ ਵੀ ਕੰਮ ਕਰਿਆ। ਉਸ ਤੋਂ ਬਾਅਦ ਉਸਤਾਦ ਅੱਲਾ ਰੱਖਾ ਸਾਹਿਬ, ਜਿਹੜੇ ਕਿ ਜ਼ਾਕਿਰ ਹੁਸੈਨ ਸਾਹਿਬ ਦੇ ਫਾਦਰ ਸਾਹਿਬ ਸਨ, ਲਾਹੌਰ ਰੇਡੀਓ ਸਟੇਸ਼ਨ 'ਤੇ ਉਹਨਾਂ ਨੇ ਗਾਇਆ। ਅਤੇ ਫਿਰ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਤੁਹਾਨੂੰ ਮੈਂ ਦੱਸਦਾ, ਜਿੱਥੇ ਇਹ ਗੁਰੂ ਸਾਹਿਬ ਦੀ ਧਰਤੀ ਹੈ। ਬਿਲਕੁਲ ਇੱਕ ਨਵੀਂ ਗੱਲ ਜਿਹੜੀ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ, ਕਿ ਸ਼੍ਰੀ ਜਸਵੰਤ ਭਵਰਾ ਜੀ, ਜਿਹੜੇ ਕਿ ਮਹਾਨ ਸੰਗੀਤਕਾਰ ਹੋਏ ਨੇ, ਉਹ ਸ਼੍ਰੀ ਚਮਕੌਰ ਸਾਹਿਬ ਜਨਾਬ ਰਾਗੀ ਸਪੂਰਨ ਸਿੰਘ ਹੋਰਾਂ ਪਾਸੋਂ ਸਿੱਖਦੇ ਰਹੇ। ਸਰਦੂਲ ਸਿਕੰਦਰ ਦੇ ਫਾਦਰ ਸਾਹਿਬ ਸਾਗਰ ਮਸਤਾਨਾ ਜੀ, ਉਹ ਵੀ ਸ਼੍ਰੀ ਚਮਕੌਰ ਸਾਹਿਬ ਸਿੱਖਦੇ ਰਹੇ। ਅਤੇ ਉਹਨਾਂ ਦੇ ਨਾਲ ਮੇਰੇ ਫਾਦਰ ਸਾਹਿਬ ਜੀ ਰਾਗੀ ਸਪੂਰਨ ਸਿੰਘ ਹੋਰਾਂ ਪਾਸ ਜਾਂਦੇ ਰਹੇ ਆ। ਅਤੇ ਫਿਰ ਮੈਂ ਬਚਪਨ ਦੇ ਵਿੱਚ ਦੁਰਗਾ ਰੰਗੀਲਾ ਜੀ ਦੇ ਸੰਪਰਕ ਵਿੱਚ ਆ ਗਿਆ। ਅਤੇ ਉਹਨਾਂ ਕਿਹਾ, ਯਾਰ ਕਿੰਨੀ ਉਮਰ ਦੇ ਵਿੱਚ ਤੁਸੀਂ ਉਹਨਾਂ ਸੰਪਰਕ 'ਚ ਆਏ ਸੀ? ਉਦੋਂ ਜੀ ਉਮਰ ਮੇਰੇ ਖਿਆਲ 'ਚ 12-13 ਸਾਲ ਦੀ ਸੀ। ਜੇ ਆਪਾਂ ਕਹੀਏ ਜਿਹੜੀ ਗਾਇਕੀ ਹੈ ਉਹ ਤੁਹਾਨੂੰ ਆਪਣੇ ਜੱਦੀ ਪੁਸ਼ਤੀ, ਤੁਹਾਨੂੰ ਵਿਰਸੇ ਦੇ ਵਿੱਚ ਮਿਲੀ ਹੈ। ਇੰਨੇ ਵੱਡੇ ਸੰਗੀਤਕਾਰਾਂ ਦਾ ਸਾਥ ਮੰਨਣ ਦਾ ਮੌਕਾ ਮਿਲਿਆ ਤੁਹਾਡੇ ਦਾਦਾ ਜੀ ਨੂੰ, ਉਹਨਾਂ ਦੇ ਤੁਸੀਂ ਪੋਤੇ ਹੋ, ਇਸ ਕਰਕੇ ਸੈਲਿਊਟ ਹੈ ਉਹਨਾਂ ਬਜ਼ੁਰਗਾਂ ਨੂੰ। ਉਹ ਫਿਰ ਚਮਕੌਰ ਸਾਹਿਬ ਰਾਮਲੀਲਾ ਕਰਵਾਉਂਦੇ ਹੁੰਦੇ ਸੀ। ਵੈਸੇ ਉਹਨਾਂ ਜ਼ਮਾਨਿਆਂ ਦੇ ਵਿੱਚ ਹਰ ਸਰਦੂਲ ਸਿਕੰਦਰ ਜੀ ਨੇ ਸਭ ਤੋਂ ਪਹਿਲਾ ਗੀਤ ਬਸੀ ਪਠਾਨ ਦੇ ਵਿੱਚ ਮਿੱਤਰ ਪਿਆਰੇ ਨੂੰ ਰਾਮਲੀਲਾ ਸਟੇਜ 'ਤੇ ਗਾਇਆ। ਅਤੇ ਦੁਰਗਾ ਰੰਗੀਲਾ ਨੇ ਵੀ ਸਭ ਤੋਂ ਪਹਿਲਾਂ ਬਚਪਨ ਦੇ ਵਿੱਚ ਗੀਤ ਚਮਕੌਰ ਸਾਹਿਬ ਰਾਮਲੀਲਾ ਸਟੇਜ 'ਤੇ ਗਾਇਆ। ਉਦੋਂ ਰਾਮਲੀਲਾ ਦੇ ਵਿੱਚੋਂ ਹੀ ਕਲਾਕਾਰ ਪੈਦਾ ਹੋਇਆ ਕਰਦੇ ਸੀ। ਉਦੋਂ ਫਿਰ ਉੱਥੇ ਜਿਹੜੇ ਰਾਗ ਦੇ ਨਾਲ ਗਾਇਆ ਜਾਂਦਾ ਸੀ, ਨਾਲ ਰੋਲ ਵੀ ਕੀਤਾ ਜਾਂਦਾ ਸੀ। ਮੈਂ ਭਗਵਾਨ ਸ਼੍ਰੀ ਰਾਮ ਜੀ ਦਾ ਰੋਲ ਕਰਦਾ ਸੀ। ਉਹ ਮੇਰਾ ਗਾਇਕੀ ਦਾ ਸਫ਼ਰ ਸੀ, ਪਰ ਮੇਰੀ ਆਵਾਜ਼ ਜ਼ਿਆਦਾ ਸੂਟ ਸਟੇਜ ਸੈਕਟਰੀ ਨੂੰ, ਐਂਕਰਿੰਗ ਨੂੰ ਕੀਤੀ। ਅਤੇ ਭਾਰੀ ਹੋਣ ਕਰਕੇ ਫਿਰ ਮੈਂ ਐਂਕਰਿੰਗ ਦੇ ਵੱਲ ਹੀ ਵੱਧਦਾ ਚਲਾ ਗਿਆ। ਜਲੰਧਰ ਦੂਰਦਰਸ਼ਨ 'ਤੇ 1-2 ਵਾਰੀ ਮੁਸ਼ਾਇਰਿਆਂ ਦੇ ਵਿੱਚ ਭਾਗ ਲਿੱਤਾ। ਅਤੇ ਫਿਰ ਗੁਰਵਿੰਦਰ ਕੈਂਡੋਵਾਲ ਅਤੇ ਨਛੱਤਰ ਗਿੱਲ ਆ ਜਿਹੜੇ
ਕਲਾਕਾਰ, ਇਹਨਾਂ ਨਾਲ ਦੋਹੜੇ ਰਾਂਝੇ ਦੀ ਫਿਲਮ ਦੇ ਵਿੱਚ ਘੋੜਾ ਭਾਜੀ ਦੇ ਨਾਲ ਵੀ ਕਮੇਡੀ ਫਿਲਮ ਦੇ ਵਿੱਚ ਕੰਮ ਕੀਤਾ, ਰੋਲ ਕਰਨ ਦਾ ਯਾਨੀ ਗਾਇਕੀ ਦੇ ਖੇਤਰ 'ਚ ਨਹੀਂ ਹੱਥ ਜਮਾਇਆ ਜੀ। ਕਿਉਂਕਿ ਗਾਇਕੀ ਗਾਉਣਾ ਕਹਿੰਦਾ ਵੀ ਮੈਨੂੰ ਗਾਉਣਾ ਤਾਂ ਸਿੱਖ ਕੇ ਗਾ, ਨਹੀਂ ਤਾਂ ਗਾ ਨਾ। ਹੁਣ ਤਾਂ ਸਿੱਖਦਾ ਕੌਣ ਆ। ਇਹ ਮੰਚ ਸੰਚਾਲਨ ਤੁਸੀਂ ਕਰਦਿਆਂ ਹੋਇਆਂ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ? ਭਾਜੀ ਸਭ ਤੋਂ ਪਹਿਲਾਂ ਮੈਂ ਜਨਾਬ ਦੁਰਗਾ ਰੰਗੀਲਾ ਜੀ ਨਾਲ, ਫਿਰ ਮੈਡਮ ਸੁਚੇਤ ਬਾਲਾ ਜੀ, ਕੁਲਵੰਤ ਬਿੱਲਾ ਜੀ, ਹਰਭਜਨ ਮਾਨ ਸਾਹਿਬ ਨਾਲ ਮੇਲਿਆਂ ਦੇ ਵਿੱਚ ਤਾਂ ਮੈਂ ਸ਼ਾਇਦ ਹੀ ਕੋਈ ਕਲਾਕਾਰ ਪੰਜਾਬ ਦਾ ਛੱਡਿਆ ਹੋਵੇ। ਮਾਨਕ ਸਾਹਿਬ, ਸਦੀਕ ਸਾਹਿਬ, ਛਿੰਦਾ ਸਾਹਿਬ, ਸਤਵਿੰਦਰ ਬਿੱਟੀ ਤੇ ਇੱਕ ਗੁਰਦਾਸ ਮਾਨ ਸਾਹਿਬ ਤੋਂ ਇਲਾਵਾ ਬਾਕੀ ਮਨਮੋਹਨ ਵਾਰਸ ਹੋਰਾਂ ਨਾਲ ਕੋਈ ਕਲਾਕਾਰ ਅਜਿਹਾ ਨਹੀਂ ਜਿਨ੍ਹਾਂ ਨਾਲ ਮੈਂ ਨਾ ਕੰਮ ਕੀਤਾ ਹੋਵੇ। ਇਹਦਾ ਮਤਲਬ ਤੁਸੀਂ ਲਗਭਗ ਜੇ ਆਪਾਂ ਮੋਟਾ ਜਿਹਾ ਅੰਦਾਜ਼ਾ ਲਾਈਏ ਤਾਂ ਤੁਸੀਂ 100 ਦੇ ਕਰੀਬ ਤਾਂ ਕਲਾਕਾਰਾਂ ਦੇ ਨਾਲ ਆਪਣੇ ਉਹਨਾਂ ਸੰਗਤ ਕਰ ਚੁੱਕੇ ਹੋ, ਸ਼ਾਇਦ ਵੱਧ ਵੀ ਕੀਤੀ ਹੋਵੇਗੀ ਵੀ, ਕਿਉਂਕਿ ਆਪਣੇ ਲੁਧਿਆਣੇ ਦੇ ਵਿੱਚ ਜਸਵੰਤ ਪਬਰਾ ਜੀ ਹੋਰਾਂ ਨੇ ਉਹ ਸਭ ਸੇ ਆਗੇ ਹੋंगे ਹਿੰਦੁਸਤਾਨੀ, ਉਹਨਾਂ ਨਾਲ ਮਤਲਬ ਕਿ ਗਾਣਾ ਗਾਇਆ ਸੀ ਸ਼ੰਕਰ ਮਹਾਦੇਵ ਨਾਲ। ਤੇ ਇੰਨੇ ਕਲਾਕਾਰਾਂ ਨਾਲ ਤੁਹਾਡਾ ਕੰਮ ਕਰਦਿਆਂ ਹੋਇਆਂ ਸਭ ਤੋਂ ਜਿਹੜੀ ਨੇੜਤਾ ਤੁਹਾਡੀ ਵੱਧ ਰਹੀ ਹੈ, ਕਿਉਂਕਿ ਕਈ ਥਾਵਾਂ ਤੇ ਇਸ ਤਰ੍ਹਾਂ ਤੁਹਾਡੇ ਜਿਹੜੇ ਸੰਬੰਧ ਨੇ ਉਹ ਬਹੁਤ ਅੱਛੇ ਬਣ ਜਾਂਦੇ, ਕਿਹੜਾ ਕਲਾਕਾਰ ਹੈ ਜਿਹਦੇ ਨਾਲ ਤੁਹਾਡੀ ਇੰਨੀ ਸਭ ਤੋਂ ਵੱਧ ਨੇੜਤਾ ਰਹੀ ਹੋਵੇ? ਭਾਜੀ ਮੈਂ ਦੁਰਗਾ ਰੰਗੀਲਾ ਜੀ ਜਿਹੜੇ ਮੇਰੇ ਬਚਪਨ ਦੇ ਦੋਸਤ ਆ, ਜਿਨ੍ਹਾਂ ਨੇ ਮੈਨੂੰ ਇਹਦੀਆਂ ਬਰੀਕੀਆਂ ਸਿਖਾਈਆਂ, ਮਤਲਬ ਸਟੇਜ ਐਕਟਰੀ ਦੀਆਂ ਹਰ ਸਟੇਜ ਤੇ ਮੈਨੂੰ ਲੈ ਕੇ ਗਏ। ਸ਼ਾਇਦ ਤੁਹਾਡੇ ਯਾਦ ਹੋਵੇ ਆਸ਼ਾ ਸ਼ਰਮਾ ਜੀ ਵਿਸ਼ਵ ਪ੍ਰਸਿੱਧ ਮੰਚ ਸੰਚਾਲਕ ਹੈ, ਉਹਨਾਂ ਨੂੰ ਮੈਂ ਆਪਣੇ ਉਸਤਾਦ ਬਣਾਉਣ ਦੀ ਕੋਸ਼ਿਸ਼ ਕਰੀ। ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਮੇਰਾ ਉਸਤਾਦੀ ਦੇ ਨਹੀਂ ਬਲਕਿ ਮੇਰਾ ਭਰਾ ਹੈ, ਤੂੰ ਤਾਂ ਮੇਰੇ ਵਰਗੀ ਸਟੇਜ ਐਕਟਿੰਗ ਕਰਦਾ। ਤੇ ਉਹਨਾਂ ਨਾਲ ਮਤਲਬ ਕੰਮ ਕਰਦੇ ਹੋਏ ਮੈਨੂੰ ਦੁਰਗਾ ਰੰਗੀਲਾ ਦੀ ਇੱਕ ਸਭ ਤੋਂ ਬੜੀ ਗੱਲ ਇਹ ਚੰਗੀ ਲੱਗਦੀ, ਮੇਰੀਆਂ ਦੁੱਖਾਂ ਸੁੱਖਾਂ ਤੇ ਭੁੱਖਾਂ ਦੇ ਵਿੱਚ ਮੇਰਾ ਸਾਥ ਦਿੱਤਾ। ਜਦੋਂ ਵੀ ਕਿਸੇ ਸਟੇਜ ਤੇ ਜਾਣਾ, ਕੋਈ ਬੜਾ ਮੰਚ ਸੰਚਾਲਕ ਆ ਗਿਆ, ਉਹਨੇ ਆਪਣੇ ਚੜ੍ਹਨ ਤੋਂ ਪਹਿਲਾਂ ਮੈਨੂੰ ਮਾਈਕ ਫੜਾਇਆ। ਉਹਨਾਂ ਨਾਲ ਲਗਭਗ ਮੈਂ 20-25 ਸਾਲ ਤੇ ਅੱਜ ਵੀ ਉਹਨਾਂ ਨਾਲ ਕੰਮ ਕਰਦਾ ਰਿਹਾ। ਤੇ ਉਹਨਾਂ ਤੋਂ ਬਾਅਦ ਫਿਰ ਵਿੱਚ ਜਿਹਨੂੰ ਮੈਂ ਸਰਦੂਲ ਸਿਕੰਦਰ ਸਾਹਿਬ ਨਾਲ ਲਗਭਗ 12-13 ਸਾਲ ਕਰਿਆ ਕੰਮ। ਤੇ ਉਹਨਾਂ ਬਾਰੇ ਜਿਹੜਾ ਸੁਰਾਂ ਦੇ ਸਮੁੰਦਰ ਕਿਹਾ ਜਾਂਦਾ ਨਾ, ਇਹ ਮੇਰਾ ਬਣਾਇਆ ਹੋਇਆ ਸ਼ੇਰ ਹੈ ਜੀ कि दुनिया में सिकंदर कोई नहीं होता, सिर्फ वक्त सिकंदर होता है। दुनिया में सिकंदर कोई नहीं होता, सिर्फ वक्त सिकंदर होता है। जहाँ स्वर की बात चलती है तुम्हारा यही सरदूल सिकंदर होता है। वाह क्या बात। ਤੇ ਇਸ ਕਰਕੇ ਉਹ ਮਤਲਬ ਕਿ ਉਹਨਾਂ ਨਾਲ ਮੈਂ ਦਿੱਲੀ ਜਗਰਾਤਿਆਂ ਦੇ ਉੱਤੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਗਿਆ ਜੀ, ਇੱਕ ਵਿਦੇਸ਼ ਤੋਂ ਇਲਾਵਾ। ਅੱਛਾ, ਇਹਦੇ ਨਾਲ ਤੁਸੀਂ ਕੰਮ ਕਰਦੇ ਜਿਵੇਂ ਸੁਣਨ ਦੇ ਵਿੱਚ ਆਉਂਦਾ ਕਿ ਜਿਹੜੇ ਸਰਦੂਲ ਸਿਕੰਦਰ ਸੀ ਉਹ ਬੜੇ ਮਿਲਨਸਾਰ ਸੀ। ਸਿਕੰਦਰ ਸਾਹਿਬ ਤੇ ਦੁਰਗਾ ਰੰਗੀਲਾ ਪੰਜਾਬ ਦੇ ਇਹ ਸੁਰੀਲੇ ਕਲਾਕਾਰ ਹੈ। ਇਹਨਾਂ ਦਾ ਵਰਗਾ ਮੇਰੇ ਖਿਆਲ ਦੇ ਵਿੱਚ ਮਾਫ ਕਰਨਾ ਕੋਈ ਗਾ ਨਹੀਂ ਸਕਦਾ ਤੇ ਨਾ ਹੀ ਕਿਸੇ ਨੇ ਗਾਇਆ। ਜਿੱਥੇ ਸਿਕੰਦਰ ਸਾਹਿਬ ਦੀ ਆਵਾਜ਼ ਹੈ ਜਿਹੜੀ ਉਹ ਆਕਰੋਸ਼ ਭਰੀ ਆ, ਤੇ ਦੁਰਗਾ ਰੰਗੀਲੇ ਦੀ ਬੁਲੰਦ ਆਵਾਜ਼ ਹੈ। ਤੇ ਇਹ ਦੋਨੇ ਨੂੰ ਰੰਗਾ ਅੱਜ ਕੱਲ੍ਹ ਤਾਂ ਵੈਸੇ ਕਈ ਕਲਾਕਾਰ ਹੋਰ ਵੀ ਅੱਛੇ ਗਾਉਂਦੇ ਆ, ਪਰ ਮੇਰੇ ਖਿਆਲ ਦੇ ਵਿੱਚ ਇਹਨਾਂ ਵਰਗਾ ਕੋਈ ਗਾਇਕ ਨਹੀਂ। ਤੇ ਮਿਲਣਸਾਰ ਦੀ ਗੱਲ ਜਿਹੜੀ ਤੁਸੀਂ ਕਹੀ ਹੈ, ਸਿਕੰਦਰ ਸਾਹਿਬ ਜੇ ਕਿਸੇ ਨੂੰ ਗਾਉਣ ਦਾ, ਮੇਰੇ ਮਿਸਿਸ ਕੁਲਦੀਪ ਸਪਨਾ ਵੀ ਜਗਰਾਤਾ ਲਾਈਨ ਦੇ ਵਿੱਚ ਕੰਮ ਕਰਦੇ ਰਹੇ ਆ। ਅੱਜ ਕੱਲ੍ਹ ਉਹ ਪੰਜਾਬ ਵੂਮਨ ਕਮਿਸ਼ਨ ਦੇ ਮੈਂਬਰ ਆ। ਸਾਡਾ ਜਲੰਧਰ ਪ੍ਰੋਗਰਾਮ ਸੀ ਤੇ ਮੈਂ ਕਿਹਾ ਸਿਕੰਦਰ ਸਾਹਿਬ ਜੇ ਮੈਂ ਆਪਣੀ ਮਿਸਿਸ ਤੇ ਇੱਕ ਗੀਤ ਗਵਾ ਦੇਵਾਂ ਕੁਲਦੀਪ ਸਪਨਾ ਦੇ ਜਾਂ ਭੇਟ ਗਵਾ ਦੇਵਾਂ। ਉਹਨਾਂ ਨੇ ਉਸੇ ਟਾਈਮ ਬੁਲਾਇਆ ਵੀ ਤੂੰ ਗਾ। ਉਹ ਮਤਲਬ ਕਿ ਇਹ ਨਹੀਂ ਸੀ ਦੇਖਦੇ ਵੀ ਮੇਰਾ ਨੁਕਸਾਨ ਹੋ ਜਾਊਗਾ ਆਰਥਿਕ ਤੌਰ ਤੇ, ਇਹ ਕਲਾਕਾਰ ਨਾਲ ਛਾ ਜਾ, ਕੋਈ ਸਾੜਾ ਨਹੀਂ, ਕੋਈ ਨਫ਼ਰਤ ਨਹੀਂ। ਉਹਨਾਂ ਨੇ ਹਰ ਇੱਕ ਕਲਾਕਾਰ ਨੂੰ ਆਪਣੇ ਤੋਂ ਪਹਿਲਾਂ ਗਵਾਇਆ, ਮਾਣ ਦਿੱਤਾ, ਸਤਿਕਾਰ ਦਿੱਤਾ। ਕੋਈ ਕਲਾਕਾਰ ਇਹੋ ਜਿਹਾ ਨਹੀਂ ਥਾ ਜਿਹੜਾ ਉਹ ਤੋਂ ਨਾਰਾਜ਼ ਹੋ ਕੇ ਜਾਵੇ। ਦੁਰਗਾ ਰੰਗੀਲੇ ਦੇ ਉਸ ਦੀ ਗਾਇਕੀ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਏ ਨੇ, ਤੇ ਉਹਨਾਂ ਦੀ ਗਾਇਕੀ ਦੇ ਵਿੱਚ ਜਦੋਂ ਉਹ ਡਾਵਾਂਡੋਲ ਹੋਏ ਉਦੋਂ ਉਹਨਾਂ ਦੀ ਕਿਸ ਤਰ੍ਹਾਂ ਦੀ? ਕਹਿੰਦੇ ਨੇ ਜੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਚਰਚਾ ਜਿਸ ਦੀ ਬਹਾਰਾਂ ਵਿੱਚ। ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਚਰਚਾ ਜਿਸ ਦੀ ਬਹਾਰਾਂ ਵਿੱਚ, ਖੜੋਤਾ ਦੂਰ ਤੋਂ ਪਹਿਚਾਣਿਆ ਜਾਂਦਾ ਇਹ ਹਜ਼ਾਰਾਂ ਵਿੱਚ। ਇਹ ਪੂਰਨ ਸਿੰਘ ਦੀ ਮੂੰਹੋਂ ਬੋਲਦੀ ਕਵਿਤਾ ਦਾ ਨਾਇਕ ਹੈ, ਸ਼ਿਵ ਦੇ ਦਰਦ ਅੰਦਰ ਤੜਫਦੇ ਗੀਤਾਂ ਦਾ ਗਾਇਕ ਹੈ, ਜੋ ਪੰਜਾਬੀਆਂ ਦੀ ਦੁਨੀਆ ਦਾ ਰੰਗੀਲਾ ਹੈ। ਮੈਂ ਉਸ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਜੋ ਸਭ ਦਾ ਪਿਆਰਾ ਦੁਰਗਾ ਰੰਗੀਲਾ ਹੈ।
ਦੁਰਗਾ ਰੰਗੀਲਾ ਦੀ ਗਾਇਕੀ ਦੇ ਵਿੱਚ ਖੜੋਤ ਉਸ ਸਮੇਂ ਆ ਗਈ ਸੀ ਜਦੋਂ ਉਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ ਸੀ ਹੂੰ ਤੇ ਉਹਨਾਂ ਦਾ ਇੱਕ ਪਾਸਾ ਬਿਲਕੁਲ ਖੜ ਗਿਆ ਸੀ। ਹੂੰ ਜੇ ਕਹਿ ਦਈਏ ਨਾ ਵੀ ਮੌਤ ਨੇ ਇੱਕ ਖਤ ਪਾਇਆ, ਉਹ ਬਿਲਕੁਲ ਪਾਇਆ। ਤੇ ਫਿਰ ਅਸੀਂ ਉਹਨੂੰ ਚੱਕ ਕੇ ਪੀਜੀਆਈ ਚਲੇ ਗਏ ਤੇ ਡਾਕਟਰ ਤਵਾੜੀ ਸਾਹਿਬ ਸੀ ਉੱਥੇ, ਰਾਜਾ ਐਂਟਰਟੇਨਰ ਦੇ ਜਿਹੜੇ ਮਨਿੰਦਰ ਗਿੱਲ ਤੇ ਮੈਡਮ ਆਸ਼ਾ ਸ਼ਰਮਾ, ਦੁਰਗਾ ਰੰਗੀਲਾ ਦੀ ਮਿਸਿਸ ਤੇ ਮੈਂ, ਤੇ ਅਸੀਂ ਸਾਰੇ ਜਣਿਆਂ ਨੇ ਉਹਨਾਂ ਨਾਲ ਜਦੋਂ ਇਲਾਜ ਕੀਤਾ ਤਾਂ ਡਾਕਟਰਾਂ ਨੇ ਕਹਿ ਦਿੱਤਾ ਵੀ ਮੈਂ ਇਹਨਾਂ ਨੂੰ ਬੋਲਣ ਤਾਂ ਲਾ ਦੂੰਗਾ, ਪਰ ਮਤਲਬ ਕਿ ਮੈਂ ਇਹ ਨਹੀਂ ਸੋਚ ਸਕਦਾ ਵੀ ਸ਼ਾਇਦ ਇਹ ਗਾ ਸਕਣ। ਤੇ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ, ਉਹਨਾਂ ਦੀ ਪਤਨੀ ਨੇ ਉਹਨਾਂ ਦੀ ਸੇਵਾ ਕੀਤੀ ਤੇ ਉਹਦੇ ਨਾਲ ਉਹ ਚੱਲਣ ਜੋਗੇ ਹੋ ਗਏ ਤੇ ਅੱਜ ਵੀ ਗਾਇਕੀ ਦੇ ਵਿੱਚ ਉੱਥੇ ਹੀ ਬਿਲੋਂਗ ਕਰਦੇ ਆ ਜਿੱਥੇ ਉਹ ਪਹਿਲਾਂ ਕਰਦੇ ਸੀ। ਤੇ ਨਾਲ ਸਰਦੂਲ ਸਿਕੰਦਰ ਸਾਹਿਬ, ਉਹਨਾਂ ਦਾ ਜਿਹੜਾ ਆਖਰੀ ਸਮਾਂ ਸੀ ਬੜਾ ਉਹ ਵੀ ਕਸ਼ਟਭਰੂਰ, ਕਿਉਂਕਿ ਕਰੋਨਾ ਦੀ ਮਾਰ ਦੇ ਵਿੱਚ ਉਹ ਆ ਗਏ ਤੇ ਉਸ ਤੋਂ ਬਾਅਦ ਵੀ ਕੋਈ ਕੰਟਰੋਵਰਸੀ ਦੇਖੀ ਜਾ ਰਹੀ ਹੈ, ਕਿਉਂਕਿ ਕੁਝ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਉਹਨਾਂ ਦੇ ਨਾਂ ਤੇ ਫੰਡ ਇਕੱਠਾ ਵੀ ਕਰਨਾ ਸ਼ੁਰੂ ਕੀਤਾ, ਕਿਉਂਕਿ ਸੋਸ਼ਲ ਮੀਡੀਆ 'ਤੇ ਦੇਖਿਆ ਗਿਆ ਕਿ ਨੂਰੀ ਤੇ ਉਹਨਾਂ ਦੇ ਸਰਦੂਲ ਸਿਕੰਦਰ ਦੇ ਬੇਟੇ ਨੇ। ਇਸ ਤਰ੍ਹਾਂ ਦੀ ਉਹਨਾਂ ਦਾ ਜਿਹੜਾ ਆਖਰੀ ਸਮਾਂ, ਕਿਸ ਤਰ੍ਹਾਂ ਦੀਆਂ ਯਾਦਾਂ ਤੁਹਾਡੇ ਨਾਲ ਕੋਈ ਜੁੜੀਆਂ ਹੋਣ, ਤੁਸੀਂ ਉਹਨਾਂ ਨੂੰ ਮਿਲਦੇ ਰਹੇ ਉਹਨਾਂ ਦਿਨਾਂ ਦੇ ਵਿੱਚ? ਕੋਈ ਭਾਜੀ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਮੇਰੇ ਪੱਤਰਕਾਰ ਸਾਥੀ ਨੇ ਇੱਕ ਨੇ ਦੱਸਿਆ ਸੀ ਵੀ ਕਮਲ ਹੈ ਜਗਬਾਣੀ ਦੇ ਪੱਤਰਕਾਰ ਖੰਨੇ ਤੋਂ, ਉਹਨਾਂ ਦੇ ਨਾਲ ਅਕਸਰ ਜ਼ਿਆਦਾ ਰਹਿੰਦੇ ਤੇ ਵੀ ਉਹ ਬਿਮਾਰ ਹੋ ਗਏ ਜਦੋਂ ਤੇ ਉਹਨਾਂ ਨੂੰ ਮੋਹਾਲੀ ਹਸਪੀਟਲ ਦੇ ਵਿੱਚ ਲੈ ਕੇ ਗਏ ਹੈ। ਉੱਥੇ ਪੰਜਾਬ ਸਰਕਾਰ ਦੇ ਮੰਤਰੀ ਹੈ ਜਿਹੜੇ ਸਾਧੂ ਸਿੰਘ ਧਰਮਸੋਤ, ਉਹ ਵੀ ਪੁੱਜੇ। ਉਹਨਾਂ ਨੇ ਦੱਸਿਆ ਵੀ ਮਤਲਬ ਕਿ ਅਸੀਂ ਖਰਚਾ ਸਾਰਾ ਕਰਾਂਗੇ, ਜਦ ਕਿ ਹਾਲਾਂਕਿ ਸਿਕੰਦਰ ਸਾਹਿਬ ਜਿਹੜੇ ਕਿ ਜਿੱਥੇ ਗਾਇਕੀ ਪੱਖੋਂ ਅਮੀਰ ਆ ਵੈਸੇ ਵੀ ਅਮੀਰ ਹੈ ਤੇ ਉਹਨਾਂ ਦੀ ਖੰਨੇ ਬਹੁਤ ਵੱਡੀ ਕੋਠੀ ਹੈ ਤੇ ਉਹਨਾਂ ਦੇ ਪਰਿਵਾਰ ਜੋਗਾ ਉਹ ਇੰਨਾ ਕੁ ਛੱਡ ਕੇ ਗਏ ਹੈ ਵੀ ਜਿਸ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਤੇ ਕੁਝ ਲੋਕ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਸਮਝ ਲਓ ਆਪਾਂ ਮਤਲਬ ਪ੍ਰਸਤੀ ਵਾਲੇ ਕਹਿ ਦਈਏ, ਸਿਰਫ ਅੱਜ ਕੱਲ੍ਹ ਤਾਂ ਪੰਜਾਬ ਦੇ ਵਿੱਚ ਆਪਾਂ ਪੰਜਾਬੀ ਮਾਣ ਦੇ ਨਾਲ ਕਹਿੰਦੇ ਆ, ਪਰ ਕਈ ਪੰਜਾਬੀ ਇਹੋ ਜਿਹੇ ਜਿਹੜੇ ਲਾਸ਼ਾਂ ਉੱਤੇ ਤੇ ਵੀ ਪੈਸਾ ਚੁੱਕਣਾ ਜਾਣਦੇ ਆ ਜੀ ਨਾ, ਉਹ ਲੋਕ ਮਤਲਬ ਕਿ ਉਹਨਾਂ ਦਾ ਨਾਂ ਵਰਤ ਕੇ, ਕਿਉਂਕਿ ਜਿਸ ਦਿਨ ਉਹਨਾਂ ਦਾ ਭੋਗ ਪਿਆ ਸੀ ਉਹਨਾਂ ਦੇ ਪਰਿਵਾਰ ਵੱਲੋਂ, ਮੈਡਮ ਅਮਨ ਨੂਰੀ ਜੀ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਵੀ ਜਦੋਂ ਵੀ ਕੋਈ ਮੇਲਾ ਕਰਵਾਵੇ ਸਾਨੂੰ ਪੁੱਛ ਕੇ ਕਰਵਾਵੇ, ਕਿਤੇ ਐਵੇਂ ਨਾ ਮਤਲਬ ਕਿ ਉਹਨਾਂ ਦੇ ਨਾਂ 'ਤੇ ਪੈਸੇ ਇਕੱਠੇ ਕੀਤੇ ਜਾਣ। ਉਹਨਾਂ ਨੂੰ ਉਸ ਪਰਿਵਾਰ ਨੂੰ ਹੋ ਸਕਦਾ ਖਾਦਸਾ ਹੋਵੇ ਇਸ ਗੱਲ ਦਾ, ਤੇ ਫਿਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈ ਪੋਸਟ ਵੀ ਸਾਡੇ ਪਰਿਵਾਰ ਦੇ ਨਾਂ 'ਤੇ ਪੈਸੇ ਇਕੱਠੇ ਨਾ ਕੀਤੇ ਜਾਣ, ਨਹੀਂ ਅਸੀਂ ਕਾਰਵਾਈ ਕਰਾਂਗੇ। ਕੌਸ਼ਲ ਸਾਹਿਬ, ਤੁਸੀਂ ਸੁਚੇਤ ਬਾਲਾਂ ਨਾਲ ਵੀ ਕੰਮ ਕੀਤਾ, ਇਹਦਾ ਕੀ ਕਾਰਨ ਹੈ ਜਿਹੜੇ ਇਹ ਦੁਗਾਣਾ ਜੋੜੀਆਂ, ਬਹੁਤ ਸਾਰੀਆਂ ਇਹ ਜੋੜੀਆਂ ਆਪਸ ਵਿੱਚ ਟੁੱਟ ਜਾਂਦੀਆਂ ਨੇ, ਉਹਨਾਂ ਦੇ ਵਿੱਚ ਇਹ ਤਰੇੜ ਖਾਸ ਕਰਕੇ ਕੀ ਫੈਕਟਰ ਹੁੰਦਾ ਜਿਹਦੇ ਕਰਕੇ ਇਹ ਜੋੜੀਆਂ? ਬੜਾ ਔਖਾ ਜਿਹਾ ਸਵਾਲ ਬਾਤ ਜੇ ਮੈਂ ਕਿਸੇ ਬਾਰੇ ਬੋਲੂੰਗਾ ਜੀ ਤਾਂ, ਕਿਉਂਕਿ ਤੁਸੀਂ ਕਲਾਕਾਰਾਂ ਨਾਲ ਅਸਲ ਵਿੱਚ ਗੱਲ ਇਹ ਹੁੰਦੀ ਹੈ ਜੀ ਵੀ ਭਾਜੀ ਸਭ ਸੇ ਦਾਦਾ ਬੜਾ ਨਾ ਭਈਆ ਸਭ ਸੇ ਬੜਾ ਰੁਪਈਆ। ਦੁਗਾਣਾ ਜਿਹੜੇ ਜੁੜੀਆਂ ਹੁੰਦੀਆਂ ਜਦੋਂ ਇਕੱਠੇ ਕੰਮ ਕਰਦੀਆਂ ਤਾਂ ਉਹਨੂੰ ਹੁੰਦਾ, ਜੈਂਟਸ ਨੂੰ ਹੁੰਦਾ ਵੀ ਮੈਂ ਉਹ ਤੋਂ ਵੱਧ ਕੰਮ ਕਰਦਾ, ਲੇਡੀਜ਼ ਨੂੰ ਹੁੰਦਾ ਮੈਂ ਜ਼ਿਆਦਾ ਕੰਮ ਕਰਦੀ ਹਾਂ, ਮੈਂ ਸੋਹਣੀ ਸੁਨੱਖੀ ਵੀ ਮੇਰੇ ਕਰਕੇ ਪੈਸਾ ਆ ਰਿਹਾ। ਫਿਰ ਥੋੜੀ ਜਿਹੀ ਹੋਮੇ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਦੋਨਾਂ ਦੇ ਵਿੱਚ, ਤੇ ਜਿਹੜਾ ਤਰੇੜ ਦਾ ਕਾਰਨ ਬਣਦੀ ਹੈ। ਬਸ ਉਹ ਤਰੇੜ ਦਾ ਕਾਰਨ ਬਣ ਜਾਂਦੀ ਹੈ ਤੇ ਉਹ ਵੱਖ-ਵੱਖ ਹੋ ਜਾਂਦੀਆਂ। ਨਹੀਂ ਵੈਸੇ ਤਾਂ ਜੋੜੀਆਂ ਚੱਲਦੀਆਂ ਹੀ ਰਹੀਆਂ ਜੀ, ਕਿੰਨੇ ਸਾਲ ਚੱਲ ਰਹੀ ਹੈ। ਸਦੀਕ ਸਾਹਿਬ, ਬਾਬਾ ਬੋੜ ਤੇ ਬੀਬਾ ਰਣਜੀਤ ਕੌਰ ਨੇ, ਭਾਵੇਂ ਉਹਨਾਂ ਦੀ ਬਾਅਦ 'ਚ ਜੋੜੀ ਟੁੱਟ ਗਈ ਤੇ ਫਿਰ ਉਸ ਤੋਂ ਬਾਅਦ ਅਮਨ ਨੂਰੀ ਤੇ ਸਰਦੂਲ ਸਿਕੰਦਰ ਨੇ ਸਾਰੀ ਉਮਰੇ ਮਤਲਬ ਨਿਭਾ ਕੇ ਦਿਖਾਤੀ। ਨਹੀਂ ਉਹਨਾਂ ਦੇ ਵਿੱਚ ਇੱਕ ਵੱਖਰਾ ਰਿਸ਼ਤਾ ਸੀ ਨਾ, ਕਿਉਂਕਿ ਉਹ ਤਾਂ ਉਹਨਾਂ ਦੀ ਪਤਨੀ ਸੀ, ਉਹ ਤਾਂ ਪਤੀ ਪਤਨੀ ਸੀ, ਇਸ ਕਰਕੇ ਉਹ ਇਕੱਠੇ ਉਹਨਾਂ ਦਾ ਤਾਂ ਵਿਚਰਨਾ ਜ਼ਰੂਰੀ ਸੀ। ਬਾਕੀ ਉਹਨਾਂ ਨੇ, ਕਿਉਂਕਿ ਸਰਦੂਲ ਸਿਕੰਦਰ ਨੇ ਵੀ ਵਿਆਹ ਤੋਂ ਬਾਅਦ ਬਹੁਤ ਘੱਟ ਨੂਰੀ ਨੂੰ ਗਾਇਕੀ ਦੇ ਵੱਲ ਰੱਖਿਆ। ਇੱਕ ਦਿੱਲੀ ਦੀ ਗੱਲ ਯਾਦ ਆਈ, ਝੰਡੇ ਵਾਲੀ ਮਾਤਾ ਦੇ ਮੰਦਿਰ ਦੇ ਵਿੱਚ ਜਗਰਾਤਾ ਹੋ ਰਿਹਾ ਸੀ, ਉੱਥੋਂ ਮਤਲਬ ਇਹ YouTube ਤੇ ਵੀ ਚੜੀ ਵੀ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਐਡੇ ਬੜੇ ਸਰਦੂਲ ਸਿਕੰਦਰ ਜੀ ਦੇ ਸਾਹਮਣੇ ਲੋਕਾਂ ਨੇ ਮੈਨੂੰ ਪਸੰਦ ਕਰਿਆ, ਕਿਉਂਕਿ ਲੋਕ ਤਾਂ ਗਾਣਾ ਸੁਣਨਾ ਚਾਹੁੰਦੇ ਹੋਏ। ਮੈਂ ਉੱਥੇ ਇੱਕ ਸ਼ੇਰ ਬੋਲਿਆ ਕਿ ਮੱਖਣ ਚੋਰ ਚਰਾਏਗਾ ਕਿਵੇਂ ਮੱਖਣ, ਕੋਈ ਰਹੀ ਨਾ ਮੱਖਣ ਖੜਾਉਣ ਜੋਗੀ, ਅੱਜ ਕੱਲ੍ਹ ਦੀ ਨਵੀਂ ਨਾਜ਼ੁਕ ਮੁਟਿਆਰ ਲੋਕੋ ਰਹਿ ਗਈ ਸਿਰਫ ਰੇਹੜੀਆਂ ਤੇ ਗੋਲ ਗੱਪੇ ਖਾਣ ਜੋਗੀ। ਇਹਨੂੰ ਵਿਅੰਗ ਲਾ ਲਓ ਚਾਹੇ ਮਤਲਬ ਕਿ ਅੱਜ ਦੇ ਸਮਾਜ ਨੂੰ ਸੁਚੇਤ, ਕਿ ਅੱਜ ਕੱਲ੍ਹ ਦੀ ਨਵੀਂ ਨਾਜ਼ੁਕ ਮੁਟਿਆਰ ਲੋਕੋ ਰਹਿ ਗਈ ਸਿਰਫ ਰੇਹੜੀਆਂ ਤੇ ਗੋਲ ਗੱਪੇ ਖਾਣ ਜੋਗੀ, ਦੇਖ ਸ਼ਾਮਾ ਸਾਡੀ ਆ ਕੇ ਮੱਤ ਮਾਰੀ
ਅਸੀਂ ਡੀਪੂਆਂ ਦਾ ਦੁੱਧ ਪੇ ਉਬਾਲਦੇ ਹਾਂ। ਇਹੋ ਜਿਹੇ ਚੰਦਰੇ ਕਲਯੁਗ ਨੂੰ ਅੱਗ ਲੱਗ ਜਵੇ, ਗਊਆਂ ਛੱਡ ਕੇ ਕੁੱਤੇ ਪਏ ਪਾਲਦੇ ਹਾਂ, ਗਊਆਂ ਛੱਡ ਕੇ ਕੁੱਤੇ ਪਏ ਪਾਲਦੇ। ਇਹ ਸੇਧ ਸੀ ਸਮਾਜ ਨੂੰ। ਤੇ ਇਹਨਾਂ ਦੋਨਾਂ ਕਲਾਕਾਰਾਂ ਦੇ ਨਾਲ ਵੈਸੇ ਇਹ ਸਰਦੂਲ ਸਿਕੰਦਰ ਤੇ ਦੁਰਗਾ ਰੰਗੀਲਾ ਜੀ ਇੱਕੋ ਵੇਲੇ ਇੱਕ ਸਟੇਜ ਸੈਕਟਰੀ ਰੱਖਦੇ ਆ। ਤੇ ਮੈਨੂੰ ਬੜੀ ਮਾਣ ਦੀ ਗੱਲ ਆ, ਮੈਂ ਨੂਰਪੁਰ ਬੇਦੀ ਮੇਲੇ ਤੇ ਦੋਨਾਂ ਨਾਲ ਸਟੇਜ ਸੈਕਟਰੀ ਕਰੀ ਇੱਕੋ ਟਾਈਮ ਦੇ ਵਿੱਚ। ਤੇ ਬਾਕੀ ਪਰਮਾਤਮਾ ਨੇ ਸਿਕੰਦਰ ਸਾਹਿਬ ਨੂੰ ਜਲਦੀ ਖੋਹ ਲਿਆ ਸਾਡੇ ਕੋਲ। ਬੜੀ ਦੁਖਦਾ ਇਹ ਜਿਹੜੀ ਹੁਣ ਸਥਿਤੀ ਹੈ, ਕਿਉਂਕਿ ਕਰੋਨਾ ਕਰਕੇ, ਕਰੋਨਾ ਕਾਲ ਦੇ ਵਿੱਚ, ਕਿਉਂਕਿ ਬਿਲਕੁਲ ਵੀ ਹੁਣ ਸਟੇਜ ਪ੍ਰੋਗਰਾਮ ਲੱਗਣੇ ਬੰਦ ਹੋ ਗਏ ਆ। ਖਾਸ ਕਰਕੇ ਜਿਵੇਂ ਤੁਸੀਂ ਸਟੇਜ ਸੈਕਟਰੀ, ਚਲੋ ਤੁਹਾਡਾ ਤਾਂ ਅਲੱਗ ਕੰਮ ਹੈ, ਤੁਸੀਂ ਪੱਤਰਕਾਰੀ ਵੀ ਕਰਦੇ ਹੋ, ਹੋਰ ਵੀ ਤੁਹਾਡਾ ਹੈ ਆਪਣਾ ਕੰਮਕਾਜ, ਪਰ ਜਿਹੜੇ ਮਿਊਜ਼ੀਸ਼ੀਅਨ ਸੀ ਉਹਨਾਂ ਦਾ ਤਾਂ ਕਾਰੋਬਾਰੀ ਰੋਟੀ ਪਾਣੀ ਜਿਹੜਾ ਉਹ ਇਸੇ 'ਤੇ ਹੀ ਚੱਲਦਾ ਸੀ, ਪ੍ਰੋਗਰਾਮਾਂ ਦੇ ਸਿਰ 'ਤੇ। ਅਤੇ ਇਸ ਤਰ੍ਹਾਂ ਹੀ ਗਾਇਕਾਂ ਦਾ। ਅਤੇ ਇਸ ਕਰੋਨਾ ਕਾਲ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ? ਜਿਹੜੇ ਨਾਲ ਸਹਾਇਕ ਜਿਹੜੇ ਮਜੀਸ਼ੀਅਨਸ ਨੇ ਜਾਂ ਉਹਨਾਂ ਨਾਲ ਹੋਰ ਕੰਮ ਕਰਨ ਵਾਲੇ ਜਿੰਨੇ ਵੀ ਭਾਜੀ, ਲਗਭਗ 2 ਸਾਲ ਹੋ ਗਏ ਕਰੋਨਾ ਕਾਲ ਚੱਲਦੇ ਨੇ। ਸਾਨੂੰ ਪ੍ਰੋਗਰਾਮ ਮਤਲਬ ਕਿ ਜੇ ਲੋਕ ਕਰਨ ਲੱਗਦੇ ਆ, ਬੁਲਾਉਂਦੇ ਆ, ਤਾਂ ਸਰਕਾਰ ਨਹੀਂ ਕਰਨ ਦਿੰਦੀ। ਦੁਰਗਾ ਰੰਗੀਲਾ ਜੀ ਨਾਲ ਹੁਣ ਪਿੱਛੇ ਜੇ ਅਸੀਂ ਇੱਧਰ ਬੰਗੇ ਨਵੇਂ ਸ਼ਹਿਰ ਗਏ, ਅਸੀਂ ਸ਼ੋਅ ਕਰ ਰਹੇ ਸੀ, ਉੱਥੇ ਕਿਸੇ ਨੇ ਸ਼ਿਕਾਇਤ ਕਰਤੀ ਤੇ ਪੁਲਿਸ ਨੇ ਆ ਕੇ ਮੂੰਹ ਤੇ ਮਾਸਕ ਲਾਉਣ ਦੀ ਆਰਡਰ ਕਰਤੇ ਜੀ, ਲੋਕ ਬੈਠੇ ਜੀ। ਤੇ ਸਰਕਾਰ ਨੇ ਵੀ ਕਹਿ ਦਿੱਤਾ। ਹੁਣ ਮੈਂ ਤੁਹਾਡੇ ਬੜਾ ਮਸ਼ਹੂਰ ਚੈਨਲ ਹੈ ਤੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਦੇਸ਼ ਵਿਦੇਸ਼ ਜਾਂਦਾ, ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਵੀ ਜਦੋਂ ਤਾਂ ਇਹਨਾਂ ਦੀ ਕੋਈ ਰੈਲੀ ਹੁੰਦੀ ਹੈ, ਆ ਹੁਣ ਚੋਣਾਂ ਆ ਰਹੀਆਂ ਜੀ, ਚੋਣਾਂ ਦੇ ਵਿੱਚ ਦੇਖਦੇ ਆ ਵੀ ਕਿਹੜੀਆਂ ਪਾਰਟੀਆਂ ਰੈਲੀ ਕਰਦੀਆਂ ਜੀ। ਇਹਨਾਂ ਨੇ ਕਲਾਕਾਰਾਂ ਨਾਲ ਇੱਕ ਕਿਸਮ ਦਾ ਧੱਕਾ ਕਰਿਆ ਜੀ। ਸਾਨੂੰ ਕਦੋਂ ਤੋਂ ਲਾਰਾ ਲਾ ਰਹੇ ਆ। ਜਿਹੜੇ ਮਜੀਸ਼ੀਅਨ ਹੈ ਜੀ, ਸਾਜ਼ ਵਜਾਉਣ ਵਾਲੇ ਆ ਬੰਦੇ, ਉਹ ਵਿਚਾਰੇ ਘਰਾਂ ਬੇਕਾਰ ਬੈਠੇ ਜੀ, ਪਰੇਸ਼ਾਨ ਹੋ ਰਿਹਾ। ਇੱਥੋਂ ਤੱਕ ਕਿ ਰੋਟੀ ਪਾਣੀ ਤੋਂ ਵੀ ਔਖੇ ਹੋਏ। ਜਿਨ੍ਹਾਂ ਕਲਾਕਾਰਾਂ ਕੋਲ ਪੈਸਾ, ਕੁਝ ਨੇ ਮਦਦ ਕੀਤੀ ਵੀ ਹੈ ਕਲਾਕਾਰਾਂ ਨੇ ਆਪਣੇ ਮਜੀਸ਼ੀਅਨਾਂ ਦੀ, ਕੁਝ ਨੇ ਨਹੀਂ ਵੀ ਕੀਤੀ। ਹੁਣ ਅਸੀਂ ਆਪਣੇ ਇਲਾਕੇ ਦੇ ਵਿੱਚ, ਮੈਂ ਤੇ ਲਾਲ ਕਮਲ ਜੀ ਹੋਰਾਂ ਨੇ ਮਿਲ ਕੇ ਚੰਨੀ ਸਾਹਿਬ ਤੋਂ ਲੈ ਕੇ ਆਪਣੇ ਆਟਾ ਵਗੈਰਾ ਜਿਹੜਾ ਕਿੱਟ ਆਉਂਦੀ ਸੀ ਉਹ ਵੰਡੀ ਹੈ। ਪਰ ਹੁਣ ਤੱਕ ਜਿਹੜੇ ਮਜੀਸ਼ੀਅਨ ਆ ਬਿਲਕੁਲ ਇੱਕ ਕਿਸਮ ਦੇ ਭੁੱਖੇ ਮਰਨ ਦੀ ਕਗਾਰ ਤੇ। ਨਹੀਂ, ਤੁਹਾਡੇ ਚੰਨੀ ਸਾਹਿਬ ਆ, ਉਹਨਾਂ ਕੋਲੇ ਮਹਿਕਮਾ, ਇਹ ਸੱਭਿਆਚਾਰਕ ਮਹਿਕਮਾ ਉਹਨਾਂ ਕੋਲੇ ਹੈ। ਉਹਨਾਂ ਨੂੰ ਸਾਰੇ ਕਲਾਕਾਰ ਇਕੱਠੇ ਹੋ ਕੇ ਮਿਲੇ ਵੀ ਸੀ ਅਤੇ ਮੰਗ ਵੀ ਕੀਤੀ ਸੀ ਕਿ ਜਿਹੜੀਆਂ ਕਲਾਕਾਰਾਂ ਦੀ ਸਹਾਇਤਾ ਕੀਤੀ ਜਾਵੇ, ਇਹਨਾਂ ਨੂੰ ਪੈਨਸ਼ਨਾਂ ਲਗਾਈਆਂ ਜਾਣ ਜਾਂ ਇਹਨਾਂ ਦੀ ਕੋਈ ਸਾਰ ਲਈ ਜਾਵੇ। ਤਾਂ ਤੁਹਾਡੇ ਇਲਾਕੇ ਦੇ ਮੰਤਰੀ ਆ, ਤੁਸੀਂ ਇਸ ਵਿਸ਼ੇ 'ਤੇ ਕਦੇ ਗੱਲਬਾਤ ਹੋਈ ਹੈ? ਕਿਉਂ ਨਹੀਂ ਕਰ ਰਹੇ? ਬਹੁਤ ਵਾਰੀ ਹੋਈ ਹੈ ਜੀ, ਫੋਨਾਂ 'ਤੇ ਵੀ ਹੋਈ ਹੈ, ਮੇਰੀ ਪਰਸਨਲ ਵੀ ਹੋਈ ਹੈ। ਫਿਰ ਉਹਨਾਂ ਦਾ ਕੀ ਜਵਾਬ ਹੁੰਦਾ? ਉਹ ਹਮ ਤੋਂ ਆਇਨਾ ਹੈ, सच दिखाएंगे, जिनकी सुनने की हिम्मत नहीं वो सामने से परे हट जाए। ठीक है, पर लारे तो सवाए कुछ नहीं मिले जी। चन्नी जी मेरे यार हैं, मेरे पुराने दोस्त हैं, ठीक है। उन्होंने कहा सी, बिल्कुल कहा सी, पर शायद हो सकता उन्होंने कैप्टन साहब अगे ना चलती हो सकता है भी करोना के कारण। पर अपने मैं इन्होंने लीडर को पूछना चाहता जी भी अपने वो दुर्गा रंगीला ने गाया नहीं सी कि कितों सीखी सियासत तू सोहनी इन्नी अखां विच रेत पा गई, सानू चुन के उम्मीदवार दिल दा नहीं गूठा किते होर ला गई। मैं पूछना चाहता भी कलाकारां तो बुला के तुसी इकट्ठ करा के वोटां बटोरदे रहे हुण तक, ज़्यादा कलाकारां दी तुसी पोजीशनां दी मदद करो। चलो जिहड़े पैसे वाले बंदे आ, कुछ NRI भरावां ने कलाकारां दा साथ दिता जी, उन्हां पोजीशनां नूं उन्हां ने भेजिया जी, रोटी पानी का समान भी भेजा जी। पर हुण जिहड़े तुसीं दसो जी, जिहड़ा तबला वजाउंदा या हारमोनीयम वजाउंदा, कंग कुछ भी वजाउंदा, साज प्ले करदा जी, ਉਹ ਇੱਕ ਕਲਾਕਾਰ ਤੋਂ ਦਿਹਾੜੀ ਲੈ ਕੇ ਕੰਮ ਕਰਦਾ ਜੀ। ਤੇ ਹੁਣ ਉਹ ਨਾ ਤਾਂ ਇੰਨੇ ਦਿਹਾੜੀ ਕਰਨ ਜੋਗੇ ਰਹਿੰਦੇ ਜੀ, ਕਹੀ ਚਲਾਉਣ ਜੋਗੇ ਨਹੀਂ ਰਹਿੰਦੇ, ਜਾਂ ਮਤਲਬ ਕਿ ਦਿਹਾੜੀ ਕਰਨ ਜੋਗੇ। ਹੁਣ ਉਹਨਾਂ ਨੇ ਮਜੀਸ਼ੀਅਨ ਨੇ ਬਣਨਾ ਜੀ। ਹੁਣ 2-2 ਸਾਲ ਹੋ ਗਏ ਜੀ ਪ੍ਰੋਗਰਾਮ ਲਾਇਆ ਨੂੰ। ਤੁਸੀਂ ਆਪ ਸੋਚ ਕੇ ਦੇਖੋ ਇਹਨਾਂ ਦੇ ਰੋਟੀ ਪਾਣੀ ਕਿਸ ਤਰ੍ਹਾਂ ਚੱਲਦਾ ਹੋਊਗਾ। ਮਨ ਬਹੁਤ ਦੁਖੀ ਹੁੰਦਾ। ਇਸ ਕਰਕੇ ਉਹਨਾਂ ਲੋਕਾਂ ਦੀ ਸਭ ਤੋਂ ਵੱਧ ਕੇਅਰ ਸਰਕਾਰ ਨੂੰ ਕਰਨੀ ਚਾਹੀਦੀ ਹੈ। ਪਰ ਸਰਕਾਰ ਇਹ ਕਾਹਦੀ ਹੈ ਜੀ ਜਿਹੜੀ ਕੇਅਰ ਕਰ ਲਵੇ। ਹੁਣ ਤਾਂ ਸਰਕਾਰ ਤੋਂ ਨਫ਼ਰਤ ਆਉਣ ਲੱਗ। ਕਸ਼ ਸਾਹਿਬ, ਤੁਸੀਂ ਮੰਚ ਸੰਚਾਲਕ ਹੋ,
ਐਂਕਰ ਤੁਹਾਡੇ ਸਾਹਮਣੇ ਕਈ ਵਾਰ 40-40 50 ਹਜ਼ਾਰ ਦਾ ਇਕੱਠ ਹੁੰਦਾ, ਉਹਨਾਂ ਦੇ ਸਾਹਮਣੇ ਜਦੋਂ ਤੁਸੀਂ ਬੋਲਦੇ ਹੋ ਤਾਂ ਕੋਈ ਨੁਕਤਾ ਇਹੋ ਜਿਹਾ ਕਿ ਇੰਨੇ ਲੋਕਾਂ ਦੇ ਸਾਹਮਣੇ ਬੋਲਿਆ ਜਾ ਸਕੇ, ਉਦੋਂ ਕਿਸ ਚੀਜ਼ ਦਾ ਖਾਸ ਖਿਆਲ ਰੱਖਦੇ ਹੋ ਵੀ ਕਿਉਂਕਿ ਜਿਹੜੇ ਐਂਕਰ ਬਣਨਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਉਹ ਸਹਾਈ ਹੋਵੇ ਤੁਹਾਡਾ ਨੁਕਤੇ, ਕੋਈ ਨੁਕਤੇ ਸਾਂਝੇ ਕਰੋ ਸਾਡੇ ਨਾਲ। ਭਾਜੀ ਜਿਸ ਤਰ੍ਹਾਂ ਤੁਹਾਡੀ ਆਵਾਜ਼ ਆ ਹੂੰ ਅਮਿਤਾਭ ਬੱਚਨ ਵਰਗੀ, ਤੁਸੀਂ ਐਂਕਰਿੰਗ ਕਰ ਸਕਦੇ ਆ। ਸਭ ਤੋਂ ਆਵਾਜ਼ ਦਾ ਪਹਿਲਾਂ ਤਾਂ ਜੀ ਐਕਚੁਅਲੀ ਗੱਲ ਕਿਹਾ ਜੀ, ਲੋਕਾਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ। ਜਿਹੜੀ ਗੱਲ ਨੂੰ ਤੁਸੀਂ ਸਮਝਾਉਣਾ ਚਾਹੁੰਦੇ ਹੋ, ਮੈਂ ਹਰ ਸਟੇਜ ਦੇ ਉੱਤੇ ਮੈਨੂੰ ਪਰਸਨਲੀ ਤੌਰ ਤੇ ਲੋਕਾਂ ਨਾਮ ਦਿੰਦੇ ਹਨ ਕਿ ਮੈਂ ਚਰਖੜੀ ਬਣਾ, ਸੁਰਜੀਤ ਪਾਤਰ ਹੋਰਾਂ ਨੇ ਲਿਖਿਆ ਕਿ ਚਰਖੜੀ ਬਣਾ ਜਾਂ ਬਾਲਣ ਬਣਾ ਜਾਂ ਫਿਰ ਰਬਾਬ ਬਣਾ, ਚਰਖੜੀ ਬਣਾ ਜਾਂ ਬਾਲਣ ਬਣਾ ਜਾਂ ਫਿਰ ਰਬਾਬ ਬਣਾ, ਅੱਜ ਤਾਂ ਮੈਂ ਰੁੱਖਾਂ ਖੌਰੇ ਕੱਲ ਕੀ ਬਣਾ, ਸਿੱਕੇ ਗਿਣਨ ਦੇ ਵਿੱਚ ਤੇਰੇ ਹੀ ਪੋਟੇ ਉਲਝ ਗਏ, ਮੇਰੇ ਤਾਂ ਦਿਲ ਦੀ ਰੀਝ ਹੈ ਕਿ ਤੁਹਾਡੇ ਬੁੱਲਾਂ ਦੀ ਬਾਂਸਰੀ ਬਣਾ। ਜਿਹੜੀ ਆਵਾਜ਼ ਹੈ, ਇਹ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ, ਮਜੀਸ਼ਨਾਂ ਦੇ ਜਾਂ ਸਾਜ਼ਾਂ ਦੇ ਸ਼ੋਰ ਸ਼ਰਾਬੇ ਤੱਕ ਨਹੀਂ ਪਹੁੰਚਣੀ ਚਾਹੀਦੀ। ਆਵਾਜ਼ ਦੀ ਸਪਸ਼ਟਤਾ, ਬੋਲਣ ਦਾ ਅੰਦਾਜ਼। ਹੁਣ ਕਲਾ ਸਟੇਜ ਸੈਕਟਰੀ ਵੀ ਸੁਰੀਲਾ ਹੁੰਦਾ ਜੀ। ਹੁਣ ਤੁਸੀਂ ਪੁੱਛੋਗੇ ਵੀ ਸਟੇਜ ਸੈਕਟਰੀ ਦਾ ਸੁਰ ਨਾਲ ਕਿਆ ਸੰਬੰਧ ਹੁੰਦਾ, ਉਹ ਤਾਂ ਬੋਲਣਾ ਹੁੰਦਾ ਨਾ। ਭਾਜੀ ਪਤਾ ਕੀ ਗੱਲ ਹੈ ਜੀ, ਸਿਕੰਦਰ ਸਾਹਿਬ ਜਾਂ ਦੁਰਗਾ ਰੰਗੀਲਾ ਉੱਚੇ ਸੁਰ ਤੇ ਬੋਲਦੇ ਹਨ। ਹੁਣ ਮੈਂ ਜੇ ਜਾ ਕੇ ਕਹਾਂ ਜੀ ਲਓ ਜੀ ਪੇਸ਼ ਕਰਨ ਜਾ ਰਹੇ ਹਾਂ ਜੀ ਦੁਰਗਾ ਰੰਗੀਲਾ, ਸੁਰ ਸਾਧਨਾ ਦਾ ਸਰਨਾਮਾ, ਸਰਗਮ ਦਾ ਇੱਕ ਅੱਖਰ, ਸੁਰੀਲੀ ਆਵਾਜ਼ ਦਾ ਸੁਨਹਿਰਾ ਹਰਫ, ਆਵਾਜ਼ੇ ਪੰਜਾਬ, ਦੁਰਗਾ ਪੰਜਾਬੀ ਗਾਇਕੀ ਦਾ ਨਗੀਨਾ, ਦੁਰਗਾ ਰੰਗੀਲਾ। ਮੈਂ ਭੁੱਲ ਇਸ ਕਰਕੇ ਜਾਂਦਾ ਕਿ ਪ੍ਰੋਗਰਾਮ ਲਾਇਆ ਨੂੰ ਕਾਫੀ ਦੇਰ ਹੋ ਗਿਆ ਤੇ ਯਾਦ ਵੀ ਨਹੀਂ। ਹੁਣ ਜੇ ਮੈਂ ਇਸੇ ਗੱਲ ਨੂੰ ਥੋੜੇ ਜਿਹੇ ਹਲਕੇ ਅੰਦਾਜ਼ ਕਹਿ ਦੇਵਾਂ, ਲਓ ਜੀ ਦੁਰਗਾ ਰੰਗੀਲਾ, ਉਹ ਤਾਂ ਫਿਰ ਪੰਜਾਬੀ 'ਚ ਹੁੰਦਾ ਜੀ ਪਾਣੀ 'ਚ ਬੈਠਣ ਵਾਲੀ ਗੱਲ ਹੁੰਦੀ ਹੈ। ਲੋਕਾਂ ਇੰਟਰੈਕਟਿਵ ਰਹਿਣ ਵੀ ਮੇਰੇ ਕਲਾਕਾਰ ਨੂੰ ਮੈਂ ਪੇਸ਼, ਹੁਣ ਮੈਂ ਇੱਕ ਕਲਾਕਾਰ ਨੂੰ ਪੇਸ਼ ਕਰਦਾ ਰਿਹਾ ਜੀ, ਨਾਂ ਨਹੀਂ ਲੈਣਾ ਚਾਹੁੰਦਾ ਜੀ, ਮੈਂ ਤਾਂ ਕਹਿਣਾ ਜੀ ਪੇਸ਼ ਕਰਨ ਜਾ ਰਿਹਾ ਫਲਾਣਾ ਉੱਚਾ ਜੀ, ਉਹਨੇ ਜਮਾਂ ਹੀ ਥੱਲੇ ਜਾ ਹੇਠਾਂ ਜਾ ਕੇ ਹੈ ਤੇ ਸ਼ੁਰੂ ਹੋਣਾ ਜੀ, ਗ੍ਰਾਮ 'ਚ ਸ਼ੁਰੂ ਹੋਣਾ। ਉਹ ਮੇਰਾ ਕਰਿਆ ਵਾ ਮੇਰੇ, ਮੈਂ ਕਿਹਾ ਮੇਰੇ ਤਾਂ ਭਰਾਵਾ ਗਲੂਕੋਸ਼ ਲੱਗਣੇ ਵਾਲਾ ਹੋ ਗਿਆ ਤੇਰਾ ਨਾਂ ਬੋਲ ਬੋਲ ਕੇ, ਤੂੰ ਥੱਲੇ ਥੱਲੇ ਗਾ ਰਿਹਾ, ਫਿਰ ਉਹਦੀ ਸਟੇਜ ਕਾਮਯਾਬ ਨਹੀਂ ਹੁੰਦੀ। ਕਿਉਂਕਿ ਕਲਾਕਾਰ ਨੂੰ ਬਣਾਉਣ ਵਾਲਾ ਐਂਕਰ ਹੈ ਜੀ। ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਵੀ ਕੰਮ ਕਰ, ਤੁਸੀਂ ਐਂਕਰ ਹੈ ਜੀ, ਤੁਸੀਂ ਟੀਵੀ ਤੇ ਗੱਲ ਕਰੀ ਆ, ਤੁਹਾਡੀ ਆਵਾਜ਼ ਦੇ ਵਿੱਚ ਲਫ਼ਜ਼ ਹੈ ਜੀ, ਹਾਂਜੀ ਆਵਾਜ਼ ਬਹੁਤ ਵਧੀਆ, ਤੇ ਤੁਸੀਂ ਪੇਸ਼ ਕਰਦੇ, ਤੁਹਾਡੀ ਆਵਾਜ਼ ਸਿੱਧੀ ਲੋਕਾਂ ਦੇ ਦਿਲਾਂ ਤੱਕ ਪਹੁੰਚਦੀ ਹੈ, ਕੰਨਾਂ ਤੱਕ ਪਹੁੰਚਦੀ ਹੈ। ਲਫ਼ਜ਼ ਸਮਝਾਉਣਾ ਚਾਹੀਦਾ ਜੀ, ਅਲਫਾਜ਼। ਇਸ ਤਰ੍ਹਾਂ ਹੀ ਮੈਂ ਨਾ ਜੀ ਉਰਦੂ ਦੇ ਵਿੱਚ ਸ਼ਾਇਰੀ ਕਰਨ ਲੱਗ ਗਿਆ। ਮੈਨੂੰ ਇੱਕ ਪੰਜਾਬ ਦਾ ਬੜਾ ਨਾਮਵਰ ਕਲਾਕਾਰ ਕਹਿੰਦਾ ਵੀ ਯਾਰ ਉਰਦੂ ਮੈਨੂੰ ਤੇਰੀ ਪਸੰਦ ਨਹੀਂ ਆਈ। ਮੇਰੇ ਜੀਜਾ ਜੀ ਉਰਦੂ ਦੇ ਸ਼ਾਇਰ ਹੈ ਜਨਾਬ ਬੇਦਮਾਨਾ, ਡਾਕਟਰ ਬਸ਼ੀਰ ਬਦਰ ਜੀ ਦੇ ਸ਼ਾਗਿਰਦ हैं। उन्होंने एक शेर बोलिया था, हम उसी मोड़ पे बरसों से खड़े हैं जहाँ एक आवाज़ आई थी कि हम आते हैं। ਤੇ ਉਹਨਾਂ ਦਾ ਇੱਕ ਸ਼ੇਰ ਮੈਂ ਦੁਰਗਾ ਰੰਗੀਲਾ ਜੀ ਬਾਰੇ ਜਾਂ ਸਰਦੂਲ ਜੀ ਬਾਰੇ ਉਪਯੋਗ ਕਰਦਾ ਹੁੰਦਾ ਕਿ ਤੁਝੇ ਮੇਰੇ ਜਜ਼ਬੋं का हंसी ताज महल कहते हैं, तुझे चांद सितारों का बदल कहते हैं, ऐ मिस्टर यादविंदर सिद्धू तुझे पकारूं किस किस नाम से, जबकि तुम्हारे पंजाबी कल्चर वाले सरोते तुझे एक गजल कहते। ਇਹ ਮਤਲਬ ਕਿ ਕਿਸੇ ਨੂੰ ਦੂਜੇ ਦੇ ਅਲਫਾਜ਼ਾਂ 'ਚ ਢਾਲ ਕੇ ਲੋਕਾਂ ਸਾਹਮਣੇ ਪੇਸ਼ ਕਰ ਦੇਣਾ, ਉਹਨੂੰ ਚੀਜ਼ ਨੂੰ ਖੂਬਸੂਰਤ ਬਣਾਉਂਦਾ। ਫਿਰ ਅੱਗੋਂ ਕਲਾਕਾਰ ਵੀ ਇਹੋ ਜਿਹਾ ਹੋਣਾ ਚਾਹੀਦਾ ਹੈ ਵੀ ਜਿਹੜਾ ਲੋਕਾਂ ਦੀ ਨਬਜ਼ ਤੇ ਹੱਥ ਰੱਖਦਾ ਹੋਵੇ। ਤੁਸੀਂ ਸੁਚੇਤ ਬਾਲਾ ਦੀ ਗੱਲ ਕਰੀ ਨਾ ਜੀ, ਮੈਂ ਇੱਕ ਬਹੁਤ ਵੱਡੇ ਕਲਾਕਾਰ ਨਾਲ ਤਲਵੰਡੀ ਸਾਬੋ ਤੁਹਾਡੇ ਏਰੀਏ ਦੇ ਵਿੱਚ, ਕਿਉਂਕਿ ਸੰਗਰੂਰ ਡਿਸਟ੍ਰਿਕਟ ਵਾਲਿਆਂ ਨੂੰ ਸਿੱਧੇ ਸਾਦੇ ਲੋਕ ਕਿਹਾ ਜਾਂਦਾ ਜੀ ਵੀ ਠਾ ਦੇ ਕੇ ਗੱਲ ਮਾਨੀ, ਵਧੀਆ ਮਤਲਬ ਕਿ ਭੰਗੜੇ ਵਾਲੀਆਂ ਚੀਜ਼ਾਂ ਹੀ ਪਸੰਦ ਕਰਦੇ। ਜਲੰਧਰ ਸਾਈਡ ਚਲੇ ਜਾਓ, ਉੱਥੇ ਮਤਲਬ ਕਿ ਵਿਦੇਸ਼ਾਂ ਵਾਲੀ ਗੱਲ ਕਰਨੀ, ਕਿਉਂਕਿ ਵਿਦੇਸ਼ ਗਏ ਵੀ। ਤਲਵੰਡੀ ਸਾਬੋ ਮੈਡਮ ਦੇਸ਼ ਦੇ, ਹਿੰਦੁਸਤਾਨ ਦੇ ਬਹੁਤ ਬੜੇ ਲੀਡਰ ਨੇ ਆਉਣਾ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੇ ਉੱਥੇ ਉਸ ਸਾਡੇ ਕਲਾਕਾਰ ਨੇ ਗੀਤ ਹੋਰ ਤਰ੍ਹਾਂ ਦਾ ਗਾਤਾ ਜਿਹਨੂੰ ਰੋਣੇ ਪਿੱਟਣੇ ਵਾਲਾ ਪੰਜਾਬੀ 'ਚ ਕਹਿ ਦੀ, ਤੇ ਲੋਕਾਂ ਨੇ ਜੀ ਹੂਟਿੰਗ ਸ਼ੁਰੂ ਕਰਤੀ। ਸੁਚੇਤ ਬਾਲਾ ਜੀ ਨੂੰ ਬੁਲਾਇਆ ਜੀ ਉਸ ਸਟੇਜ ਦੇ ਉੱਤੇ, ਜਦ ਕਿ ਉਹਨਾਂ ਦਾ ਉਸ ਮੁਕਾਬਲੇ 'ਚ ਨਾਮ ਨਹੀਂ ਸੀ। ਉਹਨਾਂ ਨੇ ਜਦ ਕਿਹਾ ਤੂੰ ਮੇਰੀ ਡੱਡ ਵੱਡ ਬਣ ਕੇ ਮੇਰਾ ਦਿਲ ਖੜਾ, ਜਾਂ ਤੇ ਮੇਰੇ ਦਿਲ ਦੀ ਛਤਰੀ ਬੈਠ ਕਬੂਤਰ ਬਣ ਕੇ,
ਇਹੋ ਜਿਹੇ ਗੀਤ ਗਾਏ, ਸਾਡੂ ਨਾਲ ਜੀਜਾ ਤੇਰੀ ਲੱਕ ਡਾੜ ਡਾੜ, ਸਾਲੀ ਨਾਲ ਤੇਰੀ ਕੀ ਬੰਦੂਕ ਚੱਲੀ ਹੈ। ਇਹੋ ਜਿਹੇ ਗੀਤ ਗਾ ਕੇ ਲੋਕਾਂ ਨੂੰ ਮਨ ਮੋਹਿਆ। ਉੱਥੇ ਮੈਡਮ ਵਾਲਾ ਹਿੱਟ ਹੋ ਗਈ। ਆਡੀਅנס ਦੇ ਉੱਤੇ ਮਕਬੂਲ ਹੈ ਜੀ। ਆਡੀਅנס ਕਿਆ ਚਾਹੁੰਦੀ ਹੈ ਤੁਹਾਡੇ ਕੋਲ? ਕਲਾਕਾਰ ਨੂੰ, ਸਟੇਜ ਸੈਕਟਰੀ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਉਸ ਦੀ ਜੇਬ ਚੋਂ ਪੈਸਾ ਕਢਾ ਸਕਦਾ। ਹੁਣ ਸਾਡਾ ਤਜਰਬਾ ਇੰਨਾ ਹੋ ਚੁੱਕਿਆ ਜੀ, ਮੈਂ ਤੁਸੀਂ ਮੈਨੂੰ ਐ ਵੀ ਸੋਚ ਲਓ ਮੈਂ ਰੁਪਈਆ ਵੀ ਨਹੀਂ ਦੇਣਾ, ਮੈਂ ਤੁਹਾਡੀ ਜੇਬ ਚੋਂ ਪੈਸੇ ਕਢਵਾ ਕੇ ਦਿਖਾ ਦਿੰਦਾ ਜੀ। ਇਹਦਾ ਤਜਰਬਾ ਹੋਣਾ ਚਾਹੀਦਾ। ਉੱਥੋਂ ਦੀ ਆਡੀਅנס ਨੂੰ ਦੇਖਣਾ, ਸਮੇਂ ਨੂੰ ਦੇਖਣਾ, ਸਥਿਤੀ ਨੂੰ ਦੇਖਣਾ ਤੇ ਉਹਨਾਂ ਦੇ ਨਬਜ਼ ਨੂੰ ਪਛਾਣਨਾ ਤੇ ਸਾਫ਼ ਤੇ ਸਰਲਤਾ, ਸਪਸ਼ਟ ਆਵਾਜ਼ ਹੋਣੀ, ਇਹ ਜਿਹੜੇ ਜ਼ਰੂਰੀ ਗੁਣ ਨੇ ਹੋਣੇ ਚਾਹੀਦੇ ਆ ਤੁਹਾਡੇ ਕੋਲ ਜੇਕਰ ਤੁਸੀਂ ਚੰਗਾ ਐਂਕਰ ਬਣਨਾ। ਮੈਂ ਜੀ ਸਰਦੂਲ ਜੀ ਦੇ ਨਾਲ ਪ੍ਰਾਈਮ ਮਿਨਿਸਟਰ ਸਵਰਗੀ ਨਰਸਿਮਹਾ ਰਾਓ ਜੀ ਦੇ ਸਾਹਮਣੇ ਸਟੇਜ ਐਕਟਿੰਗ ਕਰੀ ਹੈ ਜੀ। ਬਿਗ ਵੀ ਅਮਿਤਾਭ ਬੱਚਨ ਜੀ ਨੂੰ ਇੱਕ ਜਗਰਾਤੇ 'ਚ ਮਿਲੇ ਜੀ। ਇਹੋ ਜਿਹੇ ਲੋਕਾਂ ਨੂੰ ਖੁਸ਼ ਕਰ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਕਲਾ ਦੇ ਖੇਤਰ ਨਾਲ ਜੁੜੀਆਂ ਹੋਈਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਆਪਣੀਆਂ ਯਾਦਾਂ ਨੂੰ, ਤੇ ਸਾਨੂੰ ਕੁਝ ਨੁਕਤੇ ਵੀ ਦੱਸੇ ਆ ਜਿਹੜੇ ਕਿ ਵਧੀਆ ਐਂਕਰ ਬਣਨ ਵਾਸਤੇ ਚਾਹੀਦੇ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਹੋਏ ਇੱਕ ਮੈਂ ਤੁਹਾਡੇ ਲਈ ਇੱਕ ਮੈਂ ਸ਼ੇਅਰ ਅਰਜ਼ ਕਰ ਦੇਵਾਂ ਜੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਵੀ ਸਟੇਜ ਸੈਕਟਰੀ ਉਹ ਕਾਹਦਾ ਵੀ ਸਾਡਾ ਬੋਲਣ ਦਾ ਹੁਣ ਤਾਂ ਤੁਹਾਡੇ ਕੋਲੇ ਲੱਗ ਗਿਆ। ਉਹ ਤੁਹਾਡੇ ਲਈ ਹੈ ਜੀ ਕਿ ਹਮਨੇ ਤਮਾਮ ਉਮਰ ਅਕੇਲੇ ਹੀ ਸਫ਼ਰ ਕੀਤਾ ਹੈ। ਅੱਜ ਦੇ ਸਿਆਸਤਦਾਨਾਂ ਨੂੰ ਤੇ ਲੋਕਾਂ ਨੂੰ ਵੀ, हमने तमाम उम्र अकेले ही सफ़र किया है, किसी के खुदा की हम पे अनायत नहीं रही। हिम्मत से सच कहता हूँ तो कुछ लोग बुरा मानते हैं, लेकिन सच पूछो यारो हमें झूठ कहने की आदत नहीं रही, हमें झूठ कहने की आदत नहीं रही। धन्यवाद ਤੁਹਾਡੇ ਪੰਜਾਬੀ ਕਲਚਰ ਦਾ। ਸਿੱਧੂ ਸਾਹਿਬ ਤੁਹਾਡਾ ਸ਼ੁਕਰੀਆ ਜੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ।